सतनाम वाहेगुरु साहिब जीओ। पीपा कायो देवा कायो देवल कायो जंगम जाति कायो धूप दीप नैवेदा कायो पूजो पाती कायो देवा कायो देवल कायो जंगम जाति कायो धूप दीप नैवेदा कायो पूजो पाती काया बहु खंड खोजते नव निध पाई ना कछ आयबो ना कछ जायबो राम की दुहाई रहाओ। जो ब्रह्मंडे सोई पिंडे जो खोजै सो पावै पीपा परणबै परम तत्त है सतगुर होए लखावै। जो ब्रह्मंडे सोई पिंडे जो खोजै सो पावै पीपा परणबै परम तत्त है सतगुर होए लखावै। परम सत्कारयोग गुरु रूप गुरु प्यारी साध संगत जीओ। आओ ਮਨਾਂ ਦੀਆਂ ਖਿੰਡੀਆਂ ਹੋਈਆਂ ਬਿਰਤੀਆਂ ਨੂੰ ਇਕਾਗਰ ਕਰਨ ਦੀ ਕਰੀਏ ਕੋਸ਼ਿਸ਼, ਕਰੀਏ ਰਸਨਾ ਪਵਿੱਤਰ ਤੇ ਬੋਲੀਏ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜਿਹੜਾ ਆਪਾਂ ਹੁਣੇ ਸ਼ਬਦ ਸਰਵਣ ਕੀਤਾ, ਇਹ ਸ਼ਬਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 695 ਅੰਗ ਉੱਪਰ ਸੁਭਾਏਮਾਨ ਹੈ ਅਤੇ ਭਗਤ ਪੀਪਾ ਜੀ ਦੀ ਮੁਬਾਰਕ ਰਸਨਾ ਦੇ ਵਿੱਚੋਂ ਫਰਮਾਨ ਕੀਤਾ ਹੋਇਆ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਅਕਲ ਦਿੰਦੇ ਹਨ, ਸਾਨੂੰ ਗਿਆਨ ਦਿੰਦੇ ਹਨ ਕਿ ਕਿਵੇਂ ਅਸੀਂ ਇਸ ਸੰਸਾਰ ਦੇ ਵਿੱਚ ਵਿਚਰਨਾ, ਕਿਵੇਂ ਅਸੀਂ ਵਿਕਾਰਾਂ ਦੀ ਮੈਲ ਤੋਂ ਬਚਣਾ, ਕਿਵੇਂ ਅਸੀਂ ਆਪਣੇ ਆਪ ਨੂੰ ਜਿਹੜਾ ਹੈ ਆਪਣੀ ਆਤਮਾ ਨੂੰ ਸਵੱਛ ਰੱਖਣਾ, ਦੁਨੀਆ ਦੇ ਵਿਕਾਰਾਂ 'ਚ ਲਿਬੜ ਨਹੀਂ ਦੇਣਾ। ਇਹ ਸਾਰਾ ਗਿਆਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਅਤੇ ਸਾਨੂੰ ਸਿੱਖਾਂ ਨੂੰ ਦਸ਼ਮੇਸ਼ ਪਿਤਾ ਜੀ ਨੇ ਹੁਕਮ ਕੀਤਾ ਹੋਇਆ, ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋਚ ਹੈ ਖੋਜ ਸ਼ਬਦ ਮੈਲੇ। ਜਿਹੜਾ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ ਉਹਨੂੰ ਸ਼ਬਦ ਦੀ ਖੋਜ ਕਰਨੀ ਪਏਗੀ। ਸ਼ਬਦ ਦੇ ਵਿੱਚੋਂ ਗਿਆਨ ਮਿਲੇਗਾ, ਗਿਆਨ ਦੇ ਨਾਲ ਧਿਆਨ ਟਿਕੇਗਾ, ਧਿਆਨ ਟਿਕਣ ਦੇ ਨਾਲ ਨਾਮ ਦੀ ਪ੍ਰਾਪਤੀ ਹੋਵੇਗੀ, ਨਾਮ ਦੀ ਪ੍ਰਾਪਤੀ ਤੋਂ ਬਾਅਦ ਮਨੁੱਖ ਦਾ ਆਤਮਾ ਅਤੇ ਪਰਮਾਤਮਾ ਦਾ ਮਿਲਾਪ ਹੋ ਜਾਵੇਗਾ। ਗੁਰਬਾਣੀ ਦੇ ਵਿੱਚ ਸਮਝਾਇਆ ਕਿ ਧਨ ਪਿਰਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਭੀਤ ਕਰਾਰੀ। ਇਹ ਹਉਮੈ ਦੀ ਕੰਧ ਆ ਜਿਹੜੀ, ਇਹ ਤੋੜਨੀ ਪੈਣੀ ਹੈ। ਗੁਰਮੁਖ ਪਿਆਰਿਓ, ਇਹ ਸਭ ਦੇ ਅੰਦਰ ਆ। ਹਉਮੈ ਦੀਰਘ ਰੋਗ ਹੈ ਦਾਰੂ ਵੀ ਸਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਪਰਮਾਤਮਾ ਦੀ ਕਿਰਪਾ ਹੋਵੇ ਤਾਂ ਮਨੁੱਖ ਸ਼ਬਦ ਨਾਲ ਜੁੜ ਜਾਵੇ, ਜਾਂ ਕਹਿ ਲਈਏ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਮਨੁੱਖ ਸ਼ਬਦ ਦੇ ਨਾਲ ਜੁੜਦਾ, ਨਹੀਂ ਜੁੜ ਸਕਦਾ। ਅਤੇ ਜਦੋਂ ਸ਼ਬਦ ਦੇ ਨਾਲ ਜੁੜ ਗਿਆ, ਸ਼ਬਦ ਕੀ ਹੈ? ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ। ਗੁਰਬਾਣੀ ਉਹ ਰਸਤਾ ਦਿਖਾ ਦਿੰਦੀ ਹੈ, ਅੰਦਰ ਚਾਨਣ ਕਰ ਦਿੰਦੀ ਹੈ,
ਆਤਮਾ ਤੇ ਪਰਮਾਤਮਾ ਦਾ ਪਿਆ ਹੋਇਆ ਵਿਛੋੜਾ ਖਤਮ ਹੋ ਜਾਂਦਾ। ਪਹਿਲੀ ਸ਼ਰਤ ਹੈ ਗੁਰਮੁਖ ਪਿਆਰਿਓ ਕਿ ਬਾਹਰਲੇ ਸਾਰੇ ਕੰਮ ਛੱਡਣੇ ਪੈਣਗੇ। ਗੱਲ ਆ ਗੁਰਬਾਣੀ ਸਮਝਾਉਂਦੀ ਮਨ ਦੀ। ਮਨ ਹੀ ਮਨੁੱਖ ਦੀ ਜ਼ਿੰਦਗੀ ਦਾ ਡਰਾਈਵਰ ਹੁੰਦਾ। ਮਨ ਨੇ ਹੀ ਸਵਰਨਾ। ਮਨਮੁਖ ਤੋਂ ਗੁਰਮੁਖ ਬਣਨਾ ਜੇ ਤਾਂ ਮਨ ਨੇ ਹੀ ਬਦਲਣਾ। ਅੰਦਰੋਂ ਵਿਚਾਰ ਹੀ ਬਦਲਨੇ ਆ। ਸੋ ਪਹਿਲਾ ਕੰਮ ਹੈ ਬਾਹਰਲਾ ਸਾਰਾ ਕੁਝ ਛੱਡ ਕੇ ਗੁਰੂ ਦੇ ਕੋਲ, ਗੁਰੂ ਦੇ ਚਰਨਾਂ 'ਚ, ਗੁਰੂ ਦੀ ਬੁੱਕਲ ਦੇ ਵਿੱਚ ਬੈਠ ਕੇ ਗੁਰੂ ਤੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਗਿਆਨ ਲੈਣਾ। ਸੋ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ, ਕਰਮਾਂ ਵਾਲੇ ਹਾਂ, ਭਾਗਾਂ ਵਾਲੇ ਹਾਂ। ਆਓ ਮਨ ਬਿਰਤੀਆਂ ਬਿਲਕੁਲ ਇਕਾਗਰ ਕਰਕੇ ਸਰਵਣ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਸਮਝਾ ਰਹੇ ਹਨ। ਪੀਪਾ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ। ਇਹ ਗੁਰਮੁਖ ਪਿਆਰਿਆ, ਇੱਕ ਹੁੰਦਾ ਸਿੱਖ ਭਾਈ, ਇੱਕ ਹੁੰਦਾ ਗੁਰਸਿੱਖ। ਗੁਰੂ ਦੀ ਸਿੱਖਿਆ ਲੈ ਲਵੇ। ਗੁਰੂ ਦਾ ਅਰਥ ਭਾਵ ਕੀ ਹੈ? ਗੂ ਤੋਂ ਭਾਵ ਹੈ ਹਨੇਰਾ ਤੇ ਰੂ ਤੋਂ ਭਾਵ ਹੈ ਚਾਨਣ। ਗੁਰੂ ਜਿਹੜਾ ਵੀ ਸਿੱਖਿਆ ਲਵੇਗਾ ਉਹਦੇ ਅੰਦਰ ਚਾਨਣ ਕਰ ਦੇਵੇਗਾ। ਜਿਹੜਾ ਇਹ ਦੇਖੋ ਸਕੂਲ ਦੇ ਵਿੱਚ ਗਿਆਨ ਦਿੱਤਾ ਜਾਂਦਾ, ਉੱਥੇ ਇਹ ਨਹੀਂ ਕਿਹਾ ਜਾਂਦਾ ਵੀ ਕਿਹੜੀ ਜਾਤ ਦਾ ਕੌਣ ਆ ਕੌਣ ਨਹੀਂ। ਬੱਚੇ ਆ ਗਏ ਤੇ ਗਿਆਨ ਲੈ ਕੇ ਚਲੇ ਗਏ। ਇਸੇ ਤਰ੍ਹਾਂ ਗੁਰੂ ਹੁੰਦਾ। ਗੁਰੂ ਕਿਸੇ ਨਾਲ ਵਿਤਕਰਾ ਨਹੀਂ ਕਰਦਾ। ਗੁਰੂ ਪ੍ਰਕਾਸ਼ ਕਰ ਦਿੰਦਾ, ਗੁਰੂ ਚਾਨਣ ਕਰ ਦਿੰਦਾ। ਅਗਰ ਗੁਰੂ ਦੇ ਆਖੇ ਲੱਗ ਜਾਈਏ ਤਾਂ, ਗੁਰੂ ਦੇ ਮੁਤਾਬਕ ਚੱਲ ਪਈਏ ਤਾਂ। ਹੁਣ ਗੁਰੂ ਜੀ ਸਮਝਾ ਰਹੇ ਹਨ ਭਗਤ ਪੀਪਾ ਜੀ ਦੀ ਰਸਨਾ ਤੋਂ ਕਿ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ। ਇਹ ਸਰੀਰ ਹੀ ਦੇਵੀ ਦੇਵਤਾ ਬਣਨਾ ਹੈ। ਕਾਇਓ ਦੇਵਲ, ਇਹੀ ਮੇਰਾ ਅੰਦਰ ਜਿਹੜਾ ਹੈ ਮੰਦਰ ਮਸਜਿਦ ਹੈ। ਸਰੀਰ ਹੀ ਮੇਰਾ ਸਾਰਾ ਕੁਝ ਹੈ। ਜਾਂ ਆਪਾਂ ਨੂੰ ਸਮਝਾਇਆ ਜਾ ਰਿਹਾ ਆਪਣੇ ਅੰਦਰ ਦੀ ਖੋਜ ਕਰਨੀ ਹੈ ਭਾਈ। ਬਾਹਰ ਖੁਸ਼ੀਆਂ ਆਨੰਦ ਜਿੰਨੇ ਵੀ ਆ ਦੁਨੀਆ ਦੇ ਉਹ ਟੈਂਪਰੇਰੀ ਆ। ਆਉਂਦਾ ਆਨੰਦ, ਐਸੀ ਗੱਲ ਨਹੀਂ ਹੈ। ਕੋਈ ਨਵੀਂ ਚੀਜ਼ ਲਿਆਉਂਦੇ ਆ ਆਪਾਂ, ਕੋਈ ਗੱਡੀ ਲਿਆਉਂਦੇ ਆ ਨਾ, ਬੜਾ ਆਨੰਦ ਆਉਂਦਾ, ਸਾਂਭ ਕੇ ਰੱਖਦੇ ਆ। ਪਰ 2-4 ਮਹੀਨੇ ਸਾਲ ਰਹਿ ਜੂ, ਵੱਧ ਤੋਂ ਵੱਧ ਅੱਬਲ ਤਾਂ ਇੰਨਾ ਚਿਰ ਰਹਿੰਦਾ ਨਹੀਂ, 2-4 ਮਹੀਨੇ ਹੁੰਦਾ। ਪਹਿਲਾਂ ਤਾਂ ਕੱਪੜਾ ਦੇ ਕੇ ਅੰਦਰ ਖੜਾਉਂਦੇ ਆ, ਮਗਰੋਂ ਬਾਅਦ 'ਚੋਂ ਜੇ ਝਰੀਟਾਂ ਪੈ ਜਾਂਦੀਆਂ ਫਿਰ ਹੋਰ ਮਾਡਲ ਆ ਜਾਂਦਾ। ਇਸੇ ਤਰ੍ਹਾਂ ਸਾਰਾ ਕੁਝ ਆ ਬਾਹਰਲਾ ਭਾਈ ਟੈਂਪਰੇਰੀ, ਤੇ ਅੰਦਰ ਆ ਜਿਹੜਾ ਉਹ ਹੈਗਾ ਸਦੀਵੀ ਆਨੰਦ। ਸੋ ਅਸੀਂ ਅੰਦਰ ਨੂੰ ਜਾਣਾ। ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ। ਤੇ ਯਾਤਰਾ ਤੇ ਜਾਂਦੇ ਆ ਲੋਕ ਜਿਹੜੇ ਜੰਗਮੀ ਹੁੰਦੇ ਆ, ਜਿਹੜੇ ਉਹ ਬਾਬੂ ਝੰਡੇ 'ਚ ਲਾ ਕੇ ਜਾਂਦੇ ਆ। ਭਾਵ ਸਾਰਾ ਕੁਝ ਛੱਡ ਕੇ ਅਸੀਂ ਅੰਦਰ ਨੂੰ ਜਾਣਾ ਭਾਈ। ਕਾਇਆ ਹੀ ਸਾਰਾ ਕੁਝ ਹੈ। ਕਾਇਆ ਦੀ ਉਹੀ ਯਾਤਰਾ ਕਰਨੀ ਆ। ਅੰਦਰ ਵੀ ਇੱਕ ਯਾਤਰਾ। ਕਈ ਵਾਰੀ ਨਾ ਬੰਦਾ ਕਹਿ ਦਿੰਦਾ ਬਾਹਰੋਂ ਮੈਂ ਇੰਨੀਆਂ ਯਾਤਰਾ ਕੀਤੀਆਂ, ਮੈਂ ਇੰਨੀਆਂ ਯਾਤਰਾ ਕੀਤੀਆਂ, ਮੈਂ ਇੱਥੇ ਜਾਇਆ ਆ, ਮੈਂ ਉੱਥੇ ਜਾਇਆ ਆ, ਮੈਂ ਫਲਾਣੇ ਦੇਸ਼ ਜਾਇਆ ਆ, ਮੈਂ 5 ਧਾਮਾਂ 'ਤੇ ਜਾਇਆ ਆ, ਉਹ ਕਰਿਆ ਆ। ਤੇ ਬੰਦਾ ਜੇ ਪੁੱਛ ਲਵੇ ਵੀ ਅੰਦਰ ਦੀ ਯਾਤਰਾ ਕੀਤੀ ਹੈ ਤੇ ਉੱਥੇ ਜਾ ਕੇ ਬੰਦਾ ਫੇਲ ਹੋ ਜਾਂਦਾ। ਇਹ ਅੰਦਰਲੀ ਯਾਤਰਾ ਸਭ ਤੋਂ ਜ਼ਰੂਰੀ ਹੈ ਭਾਈ। ਕਾਇਓ ਧੂਪ ਦੀਪ ਨੈਵੇਦਾ ਕਾਇਓ ਪੂਜੋ ਪਾਤੀ। ਕਾਇਓ ਧੂਪ ਦੀਪ ਨੈਵੇਦਾ। ਹੁਣ ਪ੍ਰਮਾਤਮਾ ਦੀ ਪੂਜਾ ਵਾਸਤੇ ਆਪਾਂ ਧੂਪ ਲਾਉਂਦੇ ਆ, ਹੋਰ ਜਿਹੜੇ ਆ ਪੂਜਾ ਦਾ ਸਮਾਨ ਲਾਉਂਦੇ ਆ, ਲੈਂਦੇ ਆ ਤੇ ਪੂਜਾ ਕਰਦੇ ਆ ਬਾਹਰਲੀ। ਪਰ ਗੱਲ ਆ ਜੇ ਕਿਤੇ ਅੰਦਰਲੀ ਪੂਜਾ ਕਰ ਲਵੇ ਮਨੁੱਖ, ਅੰਦਰੋਂ ਹੀ ਸਮਿਲਾ ਆਉਣ ਗੁਣਾਂ ਦੀਆਂ, ਚੰਗੇ ਸੁਭਾਅ ਦੀਆਂ, ਗਿਆਨ ਦੀਆਂ, ਜਿਹੜੇ ਚੰਗੇ ਸੋਹਣੇ ਬਚਨਾਂ ਦੀਆਂ, ਉਹ ਆਵੇ। ਕਾਇਆਂ ਦੇ ਵਿੱਚੋਂ ਹੀ ਧੂਪ ਦੀਪ ਪੈਦਾ ਕਰਨੀ ਆ। ਆਪਦੇ ਆਪ ਦੀ ਹੀ ਅਸੀਂ ਪੂਜਾ ਕਰਨੀ ਹੈ। ਪੂਜਾ ਕੀਚੈ ਨਾਮ ਧਿਆਈਐ ਬਿਨ ਨਾਵੈ ਪੂਜ ਨਾ ਹੋਈ। ਪੂਜਾ ਕੀ ਹੈ ਭਾਈ? ਆਪਣੇ ਅੰਦਰ ਨੂੰ ਪਰਮਾਤਮਾ ਨੂੰ ਜਾਣਨਾ, ਪਰਮਾਤਮਾ ਨੂੰ ਲੱਭਣਾ, ਉਹਦੇ ਨਾਲ ਜੁੜਨਾ। ਇੱਕ ਬਾਹਰਲੀ ਪੂਜਾ, ਬਾਹਰੋਂ ਮਾਹੌਲ ਬਣਾਇਆ ਜਾਂਦਾ। ਇਸੇ ਤਰ੍ਹਾਂ ਅੰਦਰੋਂ ਸਾਡੇ ਗੁਣਾਂ ਦੀਆਂ ਸਮਿਲਾਂ ਆਉਣੀਆਂ ਚਾਹੀਦੀਆਂ। ਕਾਇਆ ਬਹੁ ਖੰਡ ਖੋਜ ਤੇ ਨਵ ਨਿਧ ਪਾਈ।
ਜਿਹੜੇ ਕਾਇਆ ਨੂੰ ਖੋਜਦੇ ਆ, ਜਿਹੜੇ ਸਰੀਰ ਦੀ ਖੋਜ ਦੇ ਵਿੱਚ ਅੰਦਰ ਨੂੰ ਚਲੇ ਜਾਂਦੇ ਹਨ, ਪ੍ਰਮਾਤਮਾ ਦੀ ਖੋਜ ਦੇ ਵਿੱਚ ਆਪਣੇ ਸਰੀਰ ਵੱਲ ਨੂੰ ਚਲੇ ਜਾਂਦੇ ਆ, ਅੰਦਰ ਨੂੰ ਚਲੇ ਜਾਂਦੇ ਆ। ਕਾਇਆ ਬਹੁ ਖੰਡ ਖੋਜ ਤੇ, ਫਿਰ ਸਾਰਾ ਕੁਝ ਖੰਡਾਂ ਬ੍ਰਹਿਮੰਡਾਂ ਦਾ ਅੰਦਰੋਂ ਹੀ ਪਤਾ ਲੱਗ ਜਾਂਦਾ, ਅੰਦਰੋਂ ਹੀ ਜਿਹੜੀਆਂ ਸੁਰਤੀਆਂ ਬਿਰਤੀਆਂ ਉੱਚੀਆਂ ਹੋਣ ਲੱਗ ਜਾਂਦੀਆਂ। ਇੱਕ ਅੰਦਰਲਾ ਸਫ਼ਰ ਆ, ਅੰਦਰਲੀ ਯਾਤਰਾ ਭਾਈ, ਜਿਹਦੇ 5 ਪੜਾਅ ਵੀ ਆਉਂਦੇ ਆ। ਧਰਮ ਖੰਡ, ਗਿਆਨ ਖੰਡ, ਸ਼ਰਮ ਖੰਡ, ਕਰਮ ਖੰਡ ਤੇ ਸੱਚਖੰਡ। ਇਹ 5 ਖੰਡ ਆ। ਸੱਚਖੰਡ ਦੇ ਵਿੱਚ ਇਹ ਯਾਤਰਾ ਅੰਦਰੋਂ ਆ, ਅੰਦਰਲੀ ਹੈ ਭਾਈ। ਇਹ ਸਫ਼ਰ ਕਰਨਾ, ਬਾਹਰਲੀ ਯਾਤਰਾ ਸਾਰਾ ਕੁਝ ਛੱਡ ਕੇ ਅਸੀਂ ਅੰਦਰਲੀ ਯਾਤਰਾ ਕਰਨੀ ਆ। ਆਪਣੇ ਮਨ ਨੂੰ ਸੱਚਖੰਡ ਵਾਸੀ ਬਣਾਉਣਾ, ਸੱਚ ਦੇ ਨਾਲ ਜੋੜਨਾ ਭਾਈ। ਅੰਦਰ ਹੀ ਸਾਰਾ ਕੁਝ ਆ, ਨਵ ਨਿਧ, 9 ਨਿਧੀਆਂ, ਖਜ਼ਾਨੇ, ਸਾਰਾ ਕੁਝ ਮਨੁੱਖ ਦੇ ਅੰਦਰ ਆ, ਮਨ ਦੇ ਵਿੱਚ ਪਿਆ ਭਾਈ। ਇਹਨੂੰ ਖੋਲ੍ਹਣ ਦੀ ਲੋੜ ਆ। ਜਿੰਨੀ ਵੀ ਖੋਜ ਹੁੰਦੀ ਹੈ, ਪਹਿਲਾਂ ਦਿਮਾਗ ਦੇ ਵਿੱਚ ਨਕਸ਼ਾ ਬਣਦਾ, ਜਹਾਜ਼ ਬਣਦਾ ਜਾਂ ਹੋਰ ਖੋਜਾਂ ਕਰਦੇ ਆ ਲੋਕ, ਉਹਨਾਂ ਦਾ ਖੁੱਲ੍ਹ ਜਾਂਦਾ ਦਿਮਾਗ। ਪਹਿਲਾਂ ਦਿਮਾਗ ਦੇ ਵਿੱਚ ਨਕਸ਼ਾ ਬਣਦਾ, ਦਿਮਾਗ ਦੇ ਵਿੱਚ ਪਈਆਂ ਹੋਈਆਂ ਜਿਹੜੀਆਂ ਕਰਮਕਾਂਡਾਂ ਦੇ ਬੰਧਨ ਆ ਨਾ, ਕਿਤੇ ਇਹ ਖੁੱਲ੍ਹ ਜਾਣ, ਮਨੁੱਖ ਆਜ਼ਾਦ ਹੋ ਜਾਵੇ। ਜਿਵੇਂ ਬੱਚੇ 2 ਭੱਜਦੇ, ਇੱਕ ਦੇ ਲਾਇਆ ਹੋਇਆ 10-20 ਕਿਲੋ ਦਾ ਪਿੱਠੂ ਤੇ ਇੱਕ ਖਾਲੀ, ਹੁਣ ਖਾਲੀ ਨੇ ਭੱਜਣਾ। ਤੇ ਇਸੇ ਤਰ੍ਹਾਂ ਗੁਰਬਾਣੀ ਹੈ ਜਿਹੜੀ ਇਹ ਕਰਮਕਾਂਡਾਂ ਦਾ ਪਿੱਠੂ, ਵਹਿਮਾਂ ਭਰਮਾਂ ਦਾ ਪਿੱਠੂ ਜਿਹੜਾ ਮਨੁੱਖ ਤੇ ਲੱਗਿਆ ਹੋਇਆ, ਉਹ ਲਾ ਦਿੰਦੀ ਹੈ। ਤੇ ਨਵ ਨਿਧੀਆਂ, ਅੰਦਰੋਂ ਹੀ 9 ਨਿਧੀਆਂ ਦੇ ਖਜ਼ਾਨੇ ਪ੍ਰਾਪਤ ਹੋ ਜਾਂਦੇ ਹਨ। ਨਾ ਕੁਛ ਆਇਬੋ ਨਾ ਕੁਛ ਜਾਇਬੋ, ਰਾਮ ਕੀ ਦੁਹਾਈ ਰਹਾਉ। ਨਾ ਕੁਝ ਦੁਨੀਆ ਦੇ ਵਿੱਚ ਆਉਂਦਾ ਤੇ ਨਾ ਕੁਝ ਦੁਨੀਆ ਦੇ ਵਿੱਚੋਂ ਬਾਹਰ ਜਾਂਦਾ। ਬਹੁਤ ਵੱਡਾ ਸੱਚ ਆ ਭਾਈ। ਅੰਦਰ ਹੀ ਤਬਦੀਲੀਆਂ ਹੋਈ ਜਾਂਦੀਆਂ, ਤਬਦੀਲ ਹੋਈ ਜਾਂਦਾ ਸਾਰਾ ਕੁਝ। ਜਿਹੜਾ ਬ੍ਰਹਮ ਦਾ ਗਿਆਨ ਆ, ਅਸਲ ਇਹੀ ਹੈ। ਕੁਝ ਨਹੀਂ ਆਉਂਦਾ, 5 ਤੱਤ 5 ਤੱਤਾਂ ਦੇ ਵਿੱਚ ਰਲ ਜਾਂਦੇ ਆ ਜਾ ਕੇ। ਜਿਹੜੀ ਰੂਹ ਆ ਉਹ ਬ੍ਰਹਿਮੰਡ ਦੇ ਵਿੱਚ ਸਮਾ ਜਾਂਦੀ ਹੈ। ਗੁਰਬਾਣੀ ਨੇ ਸਾਨੂੰ ਸਮਝਾਇਆ, ਇੱਕ ਦੱਜਾ ਇੱਕ ਦੱਬਾ, ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਸੱਟੀਆਂ, ਇੱਕ ਭੀ ਫਿਰ ਹੱਸਣ ਪਾਏ, ਨਾਨਕ ਏਵ ਨਾ ਜਾਪਈ, ਕਿੱਥੇ ਜਾਏ ਸਮਾਏ। ਸਾਰੇ ਕਰਮ ਕਾਂਡ ਖਤਮ ਹੋ ਜਾਂਦੇ ਆ ਜੇ ਆਹ ਗੱਲ ਸਮਝ ਲਈਏ। ਅੱਗੇ ਦੀ ਅੱਗੇ, ਅੱਗੇ ਦੀ ਅੱਗੇ ਇਹ ਜਿਹੜਾ ਤਬਦੀਲੀ ਹੋਈ ਜਾਂਦੀ ਹੈ। ਬਾਪ ਖਤਮ ਹੋ ਜਾਂਦਾ, ਪੁੱਤ ਪੈਦਾ ਹੋ ਜਾਂਦਾ, ਪੁੱਤ ਖਤਮ ਹੋ ਜਾਂਦਾ, ਬਜ਼ੁਰਗ ਹੋ ਕੇ ਗਾਂ ਪੋਤਾ ਪੈਦਾ ਹੋ ਜਾਂਦਾ। ਇਹ ਗਾਂ ਦੀ ਗਾਂ ਬੱਚਿਆਂ 'ਚ ਗੁਣ ਔਗਣ ਸਾਰੇ ਅੱਗੇ ਦੀ ਅੱਗੇ ਇਸੇ ਤਰ੍ਹਾਂ ਤਬਦੀਲੀਆਂ ਆਈ ਜਾਂਦੀਆਂ ਭਾਈ। ਤਬਦੀਲੀ ਹੋਣੀ ਲਾਜ਼ਮਾ ਜ਼ਰੂਰੀ ਹੈ। ਸਾਡੀ ਜ਼ਿੰਦਗੀ ਦੇ ਵਿੱਚ ਵੀ ਤਬਦੀਲੀ ਜ਼ਰੂਰੀ ਹੈ। ਹਰ ਪੜਾਅ ਦਾ ਆਨੰਦ ਮਾਣਨਾ ਅਸੀਂ। ਬਚਪਨ ਦਾ ਅਲੱਗ, ਟੀਨੇਜ ਦਾ ਅਲੱਗ, ਜਵਾਨੀ ਦਾ ਅਲੱਗ, ਅੱਧ ਖੜ ਦਾ ਅਲੱਗ, ਬੁਢਾਪੇ ਦਾ ਅਲੱਗ। ਸਾਰੇ ਜ਼ਿੰਦਗੀ ਆਨੰਦਤ ਜਿਉ ਸਕਦੇ ਹਾਂ ਜੇ ਗੁਰੂ ਨਾਲ ਜੁੜ ਜਾਈਏ, ਗੁਰੂ ਨਾਲ ਜੁੜ ਕੇ ਅੰਦਰ ਦੀ ਖੋਜ ਕਰ ਲਈਏ। ਰਹਾਓ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਬ੍ਰਹਮੰਡ ਦੇ ਵਿੱਚ ਹੈ। ਦੇਖੋ ਗੁਰਮੁਖ ਪਿਆਰਿਓ, ਹੁਣ ਐਂ ਕਹਿ ਲਈਏ ਵੀ ਜੋ ਸਮੁੰਦਰ ਉਹੀ ਬੂੰਦ, ਬਸ ਐਂ ਸਮਝ ਲੱਗ ਜੂ। ਜੋ ਬ੍ਰਹਮੰਡੇ ਸੋਈ ਪਿੰਡੇ, ਜਿਵੇਂ ਸਮੁੰਦਰ ਉਹੀ ਬੂੰਦ। ਸਮੁੰਦਰ ਦੇ ਵਿੱਚੋਂ ਇੱਕ ਤੁਪਕਾ ਕੱਢ ਲਓ, ਉਹਨੂੰ ਟੈਸਟ ਕਰੋ, ਉਹਦੇ ਵਿੱਚ ਵੀ ਉਹੀ ਗੁਣ ਹੋਣਗੇ। ਪੂਰੇ ਸਮੁੰਦਰ ਦੇ ਵਿੱਚ ਇੱਕ ਤੁਪਕਾ ਕੱਢ ਲਈਏ, ਇੱਕ ਬੂੰਦ ਕੱਢ ਲਈਏ, ਉਹਦੇ 'ਚ ਵੀ ਉਹੀ ਗੁਣ ਹੋਣਗੇ। ਹੁਣ ਜੋ ਬ੍ਰਹਮੰਡੇ ਸੋਈ ਪਿੰਡੇ, ਬ੍ਰਹਮੰਡ ਦੇ ਵਿੱਚ ਕੌਣ ਸਮਾਇਆ ਹੋਇਆ? ਪ੍ਰਮਾਤਮਾ, ਅਕਾਲ ਪੁਰਖ, ਵਾਹਿਗੁਰੂ, ਅੱਲਾ, ਬੀਠਲ, ਗੋਡ, ਉਹ ਸਮਾਇਆ ਹੋਇਆ ਕਣ ਕਣ ਦੇ ਵਿੱਚ। ਸੋਈ ਪਿੰਡੇ ਭਾਵ ਜੋ ਪ੍ਰਮਾਤਮਾ ਦੇ ਗੁਣ ਆ ਉਹੀ ਤੇਰੇ ਅੰਦਰ ਪਏ ਆ ਭਾਈ। ਆਪਣੇ ਆਪ ਨੂੰ ਪ੍ਰਗਟ ਕਰ, ਆਪਣੇ ਅੰਦਰ ਨੂੰ ਚੱਲ, ਮਿਹਨਤ ਕਰ, ਖੋਲ ਆਪਦੇ ਜਿੰਦਰੇ ਜਿਹੜੇ ਲੱਗੇ ਹੋਏ ਆ। ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਛੱਤ, ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਗੜੈ, ਅਵਰ ਨਾ ਕੁੰਜੀ ਹੱਥ। ਗੁਰੂ ਤੋਂ ਕੁੰਜੀ ਲੈ ਗਿਆਨ ਦੀ, ਆਪਣਾ ਅੰਦਰ ਖੋਲ। ਅੰਦਰਲਾ ਸਫ਼ਰ ਆ ਜਿਹੜਾ ਆਨੰਦਤ ਆ, ਜਿਹੜਾ ਸੱਚਾ ਤੇ ਸੁੱਚਾ, ਜਿਹੜਾ ਬਾਹਰਲਾ ਮਾਇਆ ਤੋਂ ਪਰੇ ਆ, ਜਿਹੜਾ ਸ਼ਾਂਤੀ ਵਾਲਾ, ਸਹਿਜ ਵਾਲਾ, ਟਿਕਾਊ ਵਾਲਾ, ਉਹ ਸ਼ੁਰੂ ਕਰ ਭਾਈ। ਦੁਨੀਆ ਦੇ ਵਿੱਚ ਤਾਂ ਧੋਖੇ ਹੀ ਮਿਲਣਗੇ ਤੈਨੂੰ, ਚਾਹੇ ਥੋੜੇ ਮਿਲ ਜਾਣ ਤੇ ਚਾਹੇ ਜ਼ਿਆਦੇ ਮਿਲ ਜਾਣ। ਇਸ ਕਰਕੇ ਅੰਦਰਲੀ ਯਾਤਰਾ ਸ਼ੁਰੂ ਕਰ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ।
ਇੱਥੇ ਭਾਈ ਸ਼ਰਤ ਲੱਗ ਗਈ, ਜੋ ਖੋਜੈ ਸੋ ਪਾਵੈ। ਸਾਨੂੰ ਕੀ ਦਸ਼ਮੇਸ਼ ਪਿਤਾ ਨੇ ਕਿਹਾ ਸੀ ਬਾਣੀ ਦੇ ਵਿੱਚੋਂ, ਜੋ ਪ੍ਰਭ ਕੋ ਮਿਲ ਬੋਝ ਚਾਹੇ ਖੋਜ ਸ਼ਬਦ ਮੈਂ ਲੈ। ਅਸੀਂ ਸ਼ਬਦ ਦੀ ਖੋਜ ਕਰਨੀ ਛੱਡ ਦਿੱਤੀ। ਅਸੀਂ ਇਸ ਤਰ੍ਹਾਂ ਬਹਿਣਾ ਸੀ। 10-10 15-15 ਸਿੱਖਾਂ ਦੇ ਬੱਚਿਆਂ ਨੇ, ਪੜ੍ਹਿਆਂ ਲਿਖਿਆਂ ਨੇ, ਵੱਧ ਤੋਂ ਵੱਧ ਗਿਆਨ ਵਾਲਿਆਂ ਨੇ ਬਹਿਣਾ ਸੀ ਅਤੇ ਉਸ ਤੋਂ ਬਾਅਦ ਗੁਰਬਾਣੀ ਦੀ ਖੋਜ ਕਰਨੀ ਸੀ। ਗੁਰਬਾਣੀ ਦੀ ਖੋਜ ਹੋਰ ਹੋ ਗਈ, ਐਂ ਵੀ ਅਰਥ ਨਿਕਲ ਸਕਦੇ ਆ, ਐਂ ਵੀ ਨਿਕਲ ਸਕਦੇ ਆ। ਇਸ ਤਰ੍ਹਾਂ ਦੀ ਸਤ ਸੰਗਤ ਬਣਨੀ ਚਾਹੀਦੀ ਹੈ ਭਾਈ। ਉਸ ਸਤ ਸੰਗਤ ਦੇ ਵਿੱਚੋਂ ਬ੍ਰਹਮ ਦਾ ਗਿਆਨ ਪ੍ਰਾਪਤ ਹੁੰਦਾ। ਇਸ ਕਰਕੇ ਸਾਡੇ ਵਾਸਤੇ ਇਹ ਜ਼ਰੂਰੀ ਹੈ ਗੁਰਬਾਣੀ ਨੂੰ ਪੜ੍ਹਨਾ, ਸੁਣਨਾ, ਸਮਝਣਾ, ਤਾਂ ਕਿ ਸਾਡੇ ਮਨ ਦਾ ਇਸ਼ਨਾਨ ਹੋ ਜਾਵੇ। ਜਿਹੜੇ ਇਹ ਕਾਰਜ ਕਰਦੇ ਉਹਨਾਂ ਦਾ ਹੋ ਵੀ ਜਾਂਦਾ ਭਾਈ। ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਜਿਹੜੇ ਤੀਰਥਾਂ ਤੇ ਬਾਹਰ ਤੁਰਿਆ ਫਿਰਦਾ ਭਾਈ, ਉਦੋਂ ਵਧੀਆ ਸੱਚਾ ਤੇ ਸੁੱਚਾ ਤੀਰਥ ਤੇਰੇ ਅੰਦਰ ਆ। ਪੀਪਾ ਪਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਖਾਵੈ। ਭਗਤ ਪੀਪਾ ਜੀ ਸਮਝਾ ਰਹੇ ਹਨ। ਪਰਣਵੈ ਹੁੰਦਾ ਕਹਿ ਰਹੇ ਹਨ, ਬੇਨਤੀ ਕਰ ਰਹੇ ਹਨ। ਪਰਮ ਤਤ ਹੈ, ਇਹ ਭਾਈ ਤਤ ਆ, ਇਹ ਸਾਰਾ, ਇਹ ਅਸਲ ਆ। ਗੁਰਬਾਣੀ ਤਤ ਆ ਭਾਈ। ਗੁਰਬਾਣੀ ਸਾਰੀ ਤਤ ਭਾਵ ਆ। ਇਹ ਗੁਰਬਾਣੀ ਨਾਲ ਜੁੜ ਗਏ ਤਾਂ ਤਤ ਨਾਲ ਜੁੜ ਗਏ, ਅੰਦਰਲੀ ਚੀਜ਼ ਨਾਲ ਜੁੜ ਗਏ। ਸਰੀਰ ਦੇ ਵਿੱਚ ਅਸਲ ਕੀ ਹੈ? ਰੂਹ, ਨਾਮ, ਸ਼ੁਭ ਗੁਣ, ਉਸ ਤੱਤ ਨਾਲ ਜੋੜ ਦਿੰਦੀ ਹੈ ਗੁਰਬਾਣੀ। ਸਤਿਗੁਰ ਹੋਏ ਲਖਾਵੈ। ਜੇ ਕਿਤੇ ਕੋਈ ਸਤਿਗੁਰੂ ਦੇ ਨਾਲ ਜੁੜ ਜਾਵੇ, ਸਤਿਗੁਰੂ ਕੌਣ ਆ? ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਇਹ ਸਤਿਗੁਰੂ ਕਿਉਂ ਆ? ਕਿਉਂਕਿ ਸਤ ਦਾ ਗਿਆਨ ਦਿੰਦੇ ਆ, ਇਹ ਗੁਰ ਦਿੰਦੇ ਆ, ਇਹ ਮੈਥਡ ਦਿੰਦੇ ਆ, ਇਹ ਤਰੀਕਾ ਦਿੰਦੇ ਆ। ਇਹ ਸਾਡੀਆਂ ਸੁਰਤੀਆਂ ਬਿਰਤੀਆਂ ਨੂੰ ਬਾਹਰੋਂ ਰੋਕ ਕੇ ਅੰਦਰ ਨੂੰ ਲੈ ਕੇ ਜਾਂਦੇ ਆ। ਇਸ ਕਰਕੇ ਸਭ ਤੋਂ ਪਹਿਲਾ ਕੰਮ ਹੈ ਗੁਰੂ ਨਾਲ ਜੁੜਨਾ। ਪਰਮਾਤਮਾ ਦੀ ਕਿਰਪਾ ਦੀ ਨਿਸ਼ਾਨੀ ਉਹ ਮਨੁੱਖ ਗੁਰੂ ਨਾਲ ਜੁੜ ਜਾਣਗੇ, ਸਤਿਗੁਰੂ ਨਾਲ ਜੁੜ ਜਾਣਗੇ। ਅਤੇ ਸਤਿਗੁਰੂ ਤੋਂ ਫਿਰ ਕੀ ਪ੍ਰਾਪਤ ਹੁੰਦਾ? ਗੁਰਪ੍ਰਸਾਦ। ਉਹ ਅੱਖਾਂ ਗਿਆਨ ਦੀਆਂ। ਜਿਹੜੇ ਗੁਰੂ ਦੇ ਨਾਲ ਇਸ ਭਾਵਨਾ ਦੇ ਨਾਲ ਜੁੜਦੇ ਹਨ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮੈਨੂੰ ਅਕਲ ਦਿਓ, ਮੈਨੂੰ ਗਿਆਨ ਦਿਓ, ਮੈਨੂੰ ਮੱਤ ਦਿਓ, ਸਤਿਗੁਰ ਕੀ ਮੱਤ ਲੈ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਉਹਨਾਂ ਨੂੰ ਫਿਰ ਇਹ ਗੁਰਪ੍ਰਸਾਦ ਦੇ ਰੂਪ ਦੇ ਵਿੱਚ ਅਕਲ, ਮੱਤ, ਗਿਆਨ ਮਿਲਦਾ ਭਾਈ। ਅਸੀਂ ਸਿੱਖਾਂ ਨੇ ਗੁਰੂ ਤੋਂ ਕੀ ਲੈਣਾ, ਗੁਰੂ ਤੋਂ ਕੀ ਮੰਗਣਾ? ਅਸੀਂ ਮੰਗਣੀਆਂ ਅਕਲ, ਮੱਤ, ਗਿਆਨ, ਧਿਆਨ, ਨਾਮ, ਮਿਲਾਪ, ਮਾਇਆ ਤੋਂ ਸਾਡਾ ਖਹਿੜਾ ਛੁਡਾ ਦਿਓ ਜੀ। ਇਹ ਮੰਗਣਾ ਅਸੀਂ। ਸਤਿਗੁਰ ਹੋਏ ਲਖਾਵੈ। ਜਿਹੜੇ ਸਤਿਗੁਰੂ ਤੋਂ ਇਹ ਮੰਗਦੇ ਆ ਉਹਨਾਂ ਨੂੰ ਗਿਆਨ ਦੀਆਂ ਅੱਖਾਂ ਪ੍ਰਾਪਤ ਹੋ ਜਾਂਦੀਆਂ, ਮਨ ਤੇ ਬੁੱਧ ਦੀਆਂ ਅੱਖਾਂ ਪ੍ਰਾਪਤ ਹੋ ਜਾਂਦੀਆਂ। ਉਹਨਾਂ ਦਾ ਤੀਜਾ ਨੇਤਰ ਗੁਰੂ ਜੀ ਖੋਲ੍ਹ ਦਿੰਦੇ ਆ। ਉਹ ਚੌਥੀ ਪਦਵੀ ਵਿੱਚ ਪਹੁੰਚ ਜਾਂਦੇ ਆ। ਉਹਨਾਂ ਦੇ ਅੰਦਰ ਚਾਨਣ ਹੋ ਜਾਂਦਾ। ਉਹ ਅੰਦਰੋਂ ਹੀ ਪ੍ਰਮਾਤਮਾ ਨੂੰ ਲੱਭ ਲੈਂਦੇ ਆ ਜਿਹੜੇ ਸਤਿਗੁਰੂ ਨਾਲ ਜੁੜ ਜਾਂਦੇ ਆ ਭਾਈ। ਅਤੇ ਜਿਹੜੇ ਸਤਿਗੁਰੂ ਦੇ ਨਾਲ ਉੱਤੋਂ ਜੁੜਦੇ ਆ ਜਾਂ ਸਤਿਗੁਰੂ ਤੋਂ ਦੁਨਿਆਵੀ ਚੀਜ਼ਾਂ ਹੀ ਸਾਰੀ ਉਮਰ ਮੰਗਦੇ ਰਹਿੰਦੇ ਆ, ਉਹ ਆਪਣੇ ਅੰਦਰ ਚਾਨਣ ਨਹੀਂ ਕਰ ਸਕਦੇ, ਉਹ ਆਪਣੇ ਅੰਦਰ ਪ੍ਰਕਾਸ਼ ਨਹੀਂ ਕਰ ਸਕਦੇ, ਉਹ ਆਪਣਾ ਆਵਾਗਾਉਣ ਖਤਮ ਨਹੀਂ ਕਰ ਸਕਦੇ। ਜੇ ਗੁਰੂ ਨਾਲ ਜੁੜ ਜਾਵਾਂਗੇ ਸਾਡੇ ਸਾਰੇ ਕਾਰਜ ਅੰਦਰਲੇ ਹੋ ਜਾਣਗੇ। ਜੇ ਗੁਰੂ ਨਾਲ ਨਾ ਜੁੜਾਂਗੇ ਅੰਦਰਲੇ ਕਾਰਜਾਂ ਤੋਂ ਅਸੀਂ ਵਾਂਝੇ ਰਹਿ ਜਾਵਾਂਗੇ, ਅੰਦਰਲੀ ਸ਼ਾਂਤੀ ਤੋਂ, ਅੰਦਰਲੇ ਆਨੰਦ ਤੋਂ। ਚੌਥੀ ਪਦਵੀ ਦੇ ਵਿੱਚ ਵੀ ਆਨੰਦ ਆ। ਸਾਨੂੰ ਉਹਦੀ ਲਾਲਸਾ ਹੋਣੀ ਚਾਹੀਦੀ ਹੈ, ਸਾਨੂੰ ਉਹਦੇ ਬਾਰੇ ਉਤਸੁਕਤਾ ਹੋਣੀ ਚਾਹੀਦੀ ਹੈ ਵੀ ਚੌਥੇ ਪਦ ਦੇ ਵਿੱਚ ਕੀ ਹੁੰਦਾ। ਤਿੰਨਾਂ ਗੁਣਾਂ ਦੇ ਵਿੱਚ ਤਾਂ ਸਾਰੀ ਦੁਨੀਆ ਹੀ ਜਿਉਂਦੀ ਆ। ਚੌਥੇ ਪਦ ਵਿੱਚ ਜਾ ਕੇ ਤਾਂ ਦੇਖੀਏ, ਇੱਕ ਵਾਰੀ ਜ਼ਿੰਦਗੀ ਮਿਲੀ ਆ। ਇਹ ਜ਼ਿੰਦਗੀ ਦੇ ਵਿੱਚ ਜਿੰਨਾ ਚਿਰ ਅੰਗ ਪੈਰ ਕੰਮ ਕਰਦੇ ਆ, ਕੰਨ ਕੰਮ ਕਰਦੇ ਆ, ਅੱਖਾਂ ਕੰਮ ਕਰਦੀਆਂ, ਅਸੀਂ ਪ੍ਰੈਕਟਿਸ ਕਰ ਸਕਦੇ ਹਾਂ। ਅਸੀਂ ਇਹ ਕਾਰਜ ਕਰ ਲਈਏ ਭਾਈ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਬਾਹਰੋਂ ਕੁਛ ਨਹੀਂ। ਬਾਹਰ ਕਦੇ ਨਾ ਕਦੇ ਤੁਹਾਨੂੰ ਥੋੜ੍ਹਾ ਜ਼ਿਆਦਾ ਬਸ ਮਤਲਬੀ ਦੁਨੀਆ ਭਾਈ। ਅਤੇ ਬਾਹਰ ਜਿਹੜਾ ਸਮਾਂ ਇਹ ਵੀ ਬੜਾ ਭਿਆਨਕ ਆ ਰਿਹਾ ਗੁਰਮੁਖ ਪਿਆਰਿਓ। ਆਉਣ ਵਾਲਾ ਸਮਾਂ ਬੜਾ ਭਿਆਨਕ ਆ ਰਿਹਾ। ਇਸ ਕਰਕੇ ਜਿਹੜੇ ਦਾਣੇ ਕਿੱਲੀ ਨਾਲ ਲੱਗੇ ਰਹਿਣਗੇ ਉਹ ਬਚ ਜਾਣਗੇ, ਬਾਕੀ ਚੱਕੀ ਦੇ ਵਿੱਚ ਰਗੜੇ ਜਾਣਗੇ।
ਆਉਣ ਵਾਲਾ ਸਮਾਂ ਐਸਾ ਆ ਰਿਹਾ, ਅਗਰ ਗੁਰੂ ਨਾਲ ਜੁੜ ਕੇ ਅੰਦਰਲਾ ਕਾਰਜ ਕਰ ਲਵਾਂਗੇ ਤਾਂ ਬਚ ਜਾਵਾਂਗੇ, ਨਹੀਂ ਤਾਂ ਕਲਯੁਗ ਦੀ ਚੱਕੀ ਦੇ ਵਿੱਚ ਅਸੀਂ ਪੀਸੇ ਜਾ ਰਹੇ ਹਾਂ, ਰਗੜੇ ਜਾ ਰਹੇ ਹਾਂ। ਇਸ ਕਰਕੇ ਬਾਹਰੋਂ ਧਿਆਨ ਸਾਰਾ ਖਤਮ ਕਰਕੇ ਆਪਣੇ ਆਪ ਨੂੰ ਸੰਵਾਰਨਾ, ਬਸ ਆਪਣੇ ਆਪ ਦਾ ਖਿਆਲ ਕਰਨਾ, ਆਪਣੇ ਆਪ ਨੂੰ ਜਿਹੜਾ ਪਿਛਲੇ ਸਾਲ ਨਾਲੋਂ ਪਿਛਲੇ ਮਹੀਨੇ ਨਾਲੋਂ ਮੇਰੇ ਅੰਦਰ ਤਰੱਕੀ ਹੋਈ ਕਿ ਨਹੀਂ ਹੋਈ ਇਹ ਦੇਖਣਾ। ਨਹੀਂ ਹੋਈ ਤਾਂ ਰਸਤਾ ਬਦਲਣ ਦੀ ਕੋਸ਼ਿਸ਼ ਕਰਨੀ ਹੈ, ਦਵਾਈ ਬਦਲਣ ਦੀ ਕੋਸ਼ਿਸ਼ ਕਰਨੀ ਹੈ, ਹੋਰ ਢੰਗ ਦੇ ਨਾਲ, ਹੋਰ ਖੋਜ ਦੇ ਨਾਲ ਗੁਰਬਾਣੀ ਨੂੰ ਪੜ੍ਹਨਾ, ਸੁਣਨਾ, ਸਮਝਣਾ, ਕਿਉਂਕਿ ਇਹ ਦਵਾਈ ਨਾਲ ਕੋਈ ਬਿਮਾਰੀ ਐਸੀ ਨਹੀਂ ਜਿਹੜੀ ਰਹਿ ਜਾਵੇ। ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ, ਕੱਟ ਹੈ ਜਮ ਕੀ ਫੰਦਾ। ਪਰ ਗੁਰੂ ਤੋਂ ਦਵਾਈ ਕੀ ਲੈਣੀ ਹੈ, ਕਿਵੇਂ ਲੈਣੀ ਹੈ, ਇਹ ਸਾਰਾ ਕੁਝ ਸਾਨੂੰ ਸਿੱਖਣਾ ਪਊਗਾ। ਸਿੱਖਣ ਵਾਸਤੇ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢਣਾ ਪਊ, ਗੁਰੂ ਦੇ ਕੋਲ ਬਹਿਣਾ ਪਊ, ਗੁਰੂ ਦੀ ਗੱਲ ਨੂੰ ਸੁਣਨਾ ਪਊ, ਫਿਰ ਇਹ ਦਵਾਈ ਪ੍ਰਾਪਤ ਹੋ ਜਾਂਦੀ ਹੈ। ਸੋ ਕਰਮਾਂ ਵਾਲੇ ਆ ਭਾਈ, ਭਾਗਾਂ ਵਾਲੇ ਆ ਜਿੰਨੇ ਵੀ ਬੈਠਦੇ ਹੋ ਗੁਰੂ ਕੋਲ। ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਦੇ ਅੰਦਰਲੇ ਕਾਰਜ ਕਰ ਦੇਣ। ਬਸ ਇਹੀ ਮੇਰੀ ਤਾਂ ਨਿਮਰਤਾ ਸਹਿਤ ਬੇਨਤੀ ਹੈ। ਆਪ ਵੀ ਗੁਰੂ ਨਾਲ ਜੁੜੋ ਅਤੇ ਆਪਣੇ ਬੱਚਿਆਂ ਨੂੰ ਵੀ ਗੁਰੂ ਦੇ ਨਾਲ ਜੋੜੋ ਭਾਈ। ਹੋਈਆਂ ਭੁੱਲਾਂ, ਗਲਤੀਆਂ, ਕਮੀਆਂ ਦੀ ਮਾਫੀ ਬਖਸ਼ਣਾ ਜੀ। ਆਓ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।